बिस्मिल्लाहिर्रहमानिर्रहीम। मोहतरम दोस्तों, आज 18 अप्रैल 2026 है। टिकटॉक के ऊपर हम्यूनिटी की ब्राड के ऊपर गुफ्तगू हुई है और गुफ्तगू इस मौजू के ऊपर थी कि जनाब मिर्ज़ा ग़ुलाम कादियानी अपने आने वाले मेहमानों को गालियाँ निकाला करता था और बकौल कादियानियों के कि जो कादियानियत को कबूल करता था, अहमदियत में दाखिल होता था, जमात अहमदिया में दाखिल होता था, जो मिर्ज़ा कादियानी के हाथ के ऊपर बैत करता था, तो मिर्ज़ा कादियानी मोटी मोटी गालियाँ निकालता था। ठीक है जी, उसके दलाइल हमने दिए और इसके ऊपर हमारी एक किताब भी आ चुकी है, मसीह गालीबाज के नाम से। तो ये सारी गुफ्तगू जो हुई है और जो कादियानियों का रद्द अमल है वो आप इस वीडियो में देखिए। आपसे गुजारिश है कि हमारे चैनल ख़त्म नबूवत टाइम्स को लाजमी सब्सक्राइब कर लीजिए और वीडियो पूरी देखा करें और वीडियो देख के शेयर लाजमी किया करें, कमेंट भी किया करें। आपके तामुन प्यार मोहब्बत का बहुत शुक्रिया। हमारी जो किताबें छप रही हैं इनको आप लाजमी पढ़ा करें। इनकी PDF भी हमने जारी कर दी है, हार्ड कापीज़ भी जारी हो चुकी हैं। तो दोनों सूरतों में आप हमारी किताबें हासिल करें और इनका मुताला करके फिर आगे जो कुछ आप मुताला करें उसको भी सोशल मीडिया के ऊपर शेयर करें, फेसबुक के ऊपर, टिकटॉक के ऊपर, यूट्यूब के ऊपर या व्हाट्सएप के स्टेटस के अंदर या व्हाट्सएप के ग्रुपों के अंदर उनको शेयर लाजमी किया करें। बहुत शुक्रिया जी। आइए वीडियो देख लीजिए। नहीं ਤੁਸੀਂ ਤੇ ਆਖਿਆ ਮੈਂ ਵੀਡੀਓ ਯੂਤਾਂ ਕਰ ਛੱਡਣਾ, ਮੁਫਤੀ ਮੁਬਸ਼ਰ ਹੋਵੇ ਭਾਵੇਂ ਕੋਈ ਹੋਵੇ, ਮੈਂ ਤੱਕਣਾ ਮੇਰਾ ਉਸਤਾਦ ਵਿੱਚ ਮੇਰਾ ਪੀਰ ਬੋਲਦਾ ਨਹੀਂ, ਮੈਂ ਨਹੀਂ ਕੀਤਾ। ਮੈਂ ਕਿਹਾ ਜੀ ਜ਼ਿਆਦਾਤਰ ਅੱਛੀ ਡਿਬੇਟ ਕਰਦੇ ਨੇ। ਮੈਂ ਜ਼ਿਆਦਾਤਰ ਜ਼ਿਆ ਰਸੂਲ ਦੇ, ਹਾਲਾਂਕਿ ਮੁਫਤੀ ਮੁਬਸ਼ਰ ਸਾਹਿਬ ਦੀਆਂ ਮੈਂ ਕਾਫੀ ਜਿਹੜੀਆਂ ਨੇ, ਉਹ ਜਿਹੜਾ ਇੱਥੇ ਜਰਮਨ ਦੇ ਵਿੱਚ ਸੀ ਕੋ ਟਕਲਾ ਜਾਂ ਪਤਾ ਨਹੀਂ ਉਹ ਕੀ, ਉਹ ਇੰਜੀ ਕੰਧਾਂ 'ਚ ਵੱਜਦਾ ਫਿਰਦਾ ਤੇ ਉਹ ਪਿਆਂਦਾ ਜੀ ਮੈਂ ਨਬੀ ਹਾਂ। ਉਹ ਯਕੀਨ ਕਰੋ ਮੈਂ ਉਹ ਵੀਡੀਓ ਕਈ ਵਾਰੀ ਵੇਖ ਕੇ ਹੱਸਣਾ, ਜਦੋਂ ਮੁਬਸ਼ਰ ਸਾਹਿਬ ਲਾਮਾ ਸਾਹਿਬ ਆਂਦੇ ਨੇ ਨਾ ਤੂੰ ਡਰੈਸ ਕਿਉਂ ਨਹੀਂ ਦਿੱਤਾ, ਤੁਮ ਚਾਹਤੇ ਹੋ ਮੈਂ ਕਤਲ ਹੋ। ਅੱਗੋਂ ਉਸਤਾਦ ਵਰੀ ਜਿਹੜੇ ਨੇ ਨਾ ਲਾਮਾ ਸਾਹਿਬ ਉਹਦੇ ਮੂੰਹ ਵੱਲ ਵੇਖੇ ਜਿਵੇਂ ਸਮਝਦੇ ਨੇ ਚੰਗਾ ਸੌੜਾ ਹੋ ਗਿਆ। ਚਲੋ ਫਿਰ ਹੁਣ ਡਿਬੇਟ ਸ਼ਵੇਟ ਕਰੀਏ। ਉਹ ਯਕੀਨ ਕਰੋ ਕਦੀ ਕਦੀ ਲਾ ਕੇ ਤੇ ਮੈਂ ਹੱਸਦਾ ਰਹਿਣਾ। ਉਹ ਜਦੋਂ ਉਹਨੂੰ ਚੰਗਾ ਤਪ ਜਾਂਦਾ ਨਾ ਵੀ ਗੱਲ ਕੀ ਕਰ, ਉਹਨਾਂ ਕਿਹਾ ਤੁਸੀਂ ਐਡਰੈਸ ਨੂੰ ਆਂਦੇ ਨੇ ਹੁਣੇ ਤੇਰੇ ਕੋਲ ਡਿਟੇਲ ਹੈ ਤੇ ਕੱਢ ਐਡਰੈਸ ਇੱਥੇ ਵਹਾ ਮੈਨੂੰ, ਮੈਂ ਹੁਣੇ ਦੇਣਾ, ਇੰਝ ਕਰਨਾ ਉਂਝ ਕਰਨਾ। ਫਿਰ ਅੱਗੋਂ ਵਾਹਵਾ ਦੇਰ ਲੱਗ ਗਈ ਏ। ਉਹਨਾਂ ਕਿਹਾ ਬਈ ਚਲੋ ਕੋਈ ਮੁਸਲਮਾਨ ਹੋਵੇ, ਕੋਈ ਨੇੜੇ ਤੇੜੇ ਹੋਵੇ ਤੇ ਤੁਹਾਨੂੰ ਆਖੇ ਕੋਈ ਬਾਬਾ ਜੀ ਕੋਈ ਫੱਕੀ ਸ਼ੱਕੀ ਲਾਓ, ਤੁਹਾਡੀ ਸਿਹਤ ਨਹੀਂ ਠੀਕ, ਤੁਮ ਕਾਤਲ ਹੋ, ਤੁਮ ਇਹ ਹੋ, ਤੁਮ ਉਹ ਹੋ। ਜਰਮਨ ਦੀ ਜਿਹੜੀ ਹੈ ਨਾ ਪੁਲਿਸ, ਉਹ ਤੁਹਾਨੂੰ ਪ੍ਰੋਟੈਕਸ਼ਨ ਕਰ ਰਹੀ ਹੈ ਮੈਨੂੰ ਤੇ ਤੇਰਾ। ਉਹ ਅੱਗੋਂ ਲਾਮਾ ਸਾਹਿਬ ਆਂਦੇ ਨੇ ਜਰਮਨ ਦੀ ਪੁਲਿਸ ਮੈਨੂੰ ਕੀ ਆਖਣਾ, ਉਹ ਮੈਂ ਜੁੱਤੀ ਦੀ ਨੋਕ ਤੇ ਰੱਖਣਾ, ਤੂੰ ਆਪਣਾ ਫਿਕਰ ਕਰ। ਮੈਂ ਤੇ ਕੀ ਕਹਤੇ ਮੈਂ ਆਪਣੀ ਗੱਲਾਂ ਕੀਤੀਆਂ। ਉਹ ਇਹ ਨਹੀਂ ਕਿ ਮੈਂ ਕਾਫੀ ਉਹਨਾਂ ਦੇ ਵੇਂਦਾ ਰਹਿਣਾ। ਠੀਕ ਹੈ, ਮੈਂ ਨਹੀਂ ਕਹਿੰਦਾ ਕਿ ਭਾਈ ਮੈਂ ਉਹਨਾਂ ਦੇ ਵੀ ਉਤਾ ਕਰਦੇ ਆ, ਨਹੀਂ ਮੈਂ ਗੱਲ ਕੀਤੀ। ਮੈਨੂੰ ਉਹਦੇ ਮਜਾਦੀ ਨੇ ਸਾਰਿਆਂ ਦੇ ਉਸਤਾਦ ਨੇ ਮੁਫਤੀ ਸਾਹਿਬ ਮਾਸ਼ਾਅੱਲਾ। ਇਹ ਤੇ ਅੱਜ ਤੇ ਮੁਫਤੀ ਸਾਹਿਬ ਦੇ ਨਹੀਂ ਅਮਰ ਭਾਈ ਕਹਿੰਦੇ ਨੇ ਨਾ ਬਈ ਸਾਹਿਬ ਨੇ ਮੈਂ ਤੇ ਇੰਜ ਸੁਹਾਗਾ ਫੇਰ ਛੜਿਆ ਨਾ ਜੀ, ਮੈਂ ਆਪਣੇ ਪੀਰ ਤੋਂ ਇਲਾਵਾ ਕਿਸੇ ਨੂੰ ਜਾਣਦਾ ਹੀ ਨਹੀਂ ਹੈ। ਨਹੀਂ ਕਿਉਂ ਨਹੀਂ ਜਾਣਦਾ ਮੈਂ। ਵੇਖੋ ਤੁਹਾਨੂੰ ਮੈਂ ਵੀਡੀਓ ਦੱਸਣ ਨਹੀਂ ਡਿਆ, ਮੈਂ ਤਕਰੀਬਨ ਕਾਫੀ ਜ਼ਿਆਦਾ ਇਹਨਾਂ ਦੀਆਂ ਵੀਡੀਓ ਵੇਖੀਆਂ ਨੇ YouTube ਚੈਨਲ ਤੇ। ਮੈਂ ਨਹੀਂ ਕਹਿੰਦਾ, ਮੈਂ ਆਪਣਾ ਇੱਕ ਜ਼ਾਤੀ ਓਪੀਨੀਅਨ ਦੇਣ ਡਿਆ ਨਾ। ਆਹੋ ਜ਼ਾਤੀ ਓਪੀਨੀਅਨ ਤੁਸੀਂ ਦਿੱਤੀ ਹੈ ਮੁਫਤੀ ਸਾਹਿਬ ਦਾ ਤੇ ਮੈਂ ਕਿਹਾ ਜੀ ਮੇਰਾ ਨਾਂ ਲੈ ਕੇ ਬਈ ਮੈਂ ਤੁਹਾਨੂੰ ਸਾਰਿਆਂ ਨੂੰ ਅਗਾਂਹ ਕਰ ਛੱਡਣਾ ਤੇ ਮੈਂ ਆਪਣੇ ਪੀਰ ਦਾ ਮੈਂ ਵੇਖਣਾ ਕਿ ਮੇਰੇ ਨਹੀਂ ਸਾਰਿਆਂ ਨੂੰ ਕਿਉਂ ਹੋਗਾ। ਮੈਂ ਨਹੀਂ ਕੀਤਾ, ਮੈਂ ਕਿਹਾ ਸਾਰੇ ਅੱਛੀ ਡਿਬੇਟ ਕਰਦੇ ਨੇ। ਮਸਲਨ ਕਿ ਮੈਂ ਜਿਹੜਾ ਨਾ ਤੇ ਆਮਰ ਨਜ਼ੀਰ ਭਾਈ, ਜ਼ਿਆ ਰਸੂਲ ਕਿੱਥੇ ਨੇ, ਅੱਛੀ ਡਿਬੇਟ ਮੈਨੂੰ ਆਪਣਾ ਮਸਲਨ ਕਿ ਮੇਰੀ ਜ਼ਾਤ ਕਿ ਮੈਨੂੰ ਜ਼ਿਆਦਾ ਪਸੰਦ ਨੇ। ਮੈਂ ਆਹ ਗੱਲ ਕੀਤੀ ਏ, ਮੈਂ ਤੇ ਨਹੀਂ ਆਖਿਆ ਵੀ ਸਾਰਿਆਂ ਦੀ ਹੈ। ਮੈਂ ਇਹਨਾਂ ਦੀ ਅਲਾਮਾ ਸਾਹਿਬ ਦੀ ਮੈਂ ਤੁਹਾਨੂੰ ਕਾਫੀ ਵੀਡੀਓ ਇੱਥੇ ਗੱਲ ਨਹੀਂ ਦੱਸ ਦੇਣਾ ਵੀ ਉਹਨਾਂ 'ਚ ਕੀ ਡਿਬੇਟ ਹੋਈ ਏ, ਕਿਹੜੀ ਵੀਡੀਓ ਮੈਂ ਵੇਖੀ ਉਹਨਾਂ ਦੀ। ਠੀਕ ਹੈ, ਚਲੋ ਅਸੀਂ ਹੁਣ ਕੋਈ ਹੋਰ ਗੱਲ ਕਰ ਲੈਨੇ ਆ। ਮੁਫਤੀ ਸਾਹਿਬ ਆ ਗਏ ਨੇ, ਪਰ ਅੱਗੋਂ ਇੰਜ ਦੀ ਵਾਰਦਾਤ ਕਰਨੀ ਹੋਈ ਨਾ ਇੰਨਾ ਚੇਤਾ ਰੱਖਿਓ ਵੀ ਇਕੱਠਿਆਂ ਨਹੀਂ ਆਵੀਦਾ, ਬਈ ਅੱਗੇ ਨਹੀਂ ਪਿੱਛੇ ਨਹੀਂ ਆਵੀਦਾ, ਵਾਰੀ ਆਵੀਦਾ, ਇੰਜ ਨਹੀਂ ਕਰੀਦਾ, ਇੰਜ ਮਤਲਬ ਫੜਿਆ ਜਾਂਦਾ। ਠੀਕ ਹੈ, ਮੈਂ ਨਹੀਂ ਇੱਕ ਵਾਰਦਾਤ ਦੀ ਤੇ ਕੋਈ ਨਹੀਂ ਸੀ, ਵਾਰਦਾਤ ਦੀ ਤੇ ਕੋਈ ਨਹੀਂ ਸੀ। ਆਮਰ ਨਜ਼ੀਰ ਭਾਈ ਮੂਡ ਹੈ, ਅਸੀਂ ਤੁਹਾਡੇ ਪੀਰ ਨੂੰ ਮੰਨਨੇ ਆ, ਅਸੀਂ ਇਨਕਾਰ ਨਹੀਂ ਕਰਦੇ, ਲੇਕਿਨ ਅੱਗੋਂ ਥੋੜੀ ਜਿਹੀ ਤਿਆਤ ਕਰਿਓ, ਬਸ ਐਨੀ ਗੱਲ ਹੈ। ਨਹੀਂ ਤਿਆਤ ਥੋੜੀ ਜਿਹੀ ਨਹੀਂ, ਬਾਹਲੀ ਜ਼ਿਆਦਾ ਤਿਆਤ ਕਰਾਂਗੇ। ਮੁਫਤੀ ਸਾਹਿਬ ਰਾਤੀ 12:30 ਤੁਹਾਨੂੰ ਫੋਨ ਕਰਵਾਇਆ, ਮੈਂ ਕਿਹਾ ਸੌਂ ਗਏ ਨੇ। ਉੱਥੇ ਨਾ ਸੈਣੀ ਸਾਹਿਬ ਦੀ ਬਰਾੜ ਤੇ
ਕੋਈ ਗੱਲ ਤੁਹਾਡਾ ਜ਼ਿਕਰ ਹੋ ਰਿਹਾ ਸੀ, ਤੁਹਾਡਾ ਇੱਕ ਮਰੀਦ ਹੈ ਅਬਦੁਲ ਕਾਦਰ, ਜਿਹਨੂੰ ਤੁਸੀਂ ਮਰਜ਼ਾਈ ਸੀ ਤੇ ਤੁਸੀਂ ਸਲਾਮ ਕਬੂਲ ਕਰਵਾਇਆ ਤੇ ਆਪਣੀ ਬੈਅਤ ਕਰਵਾਈ ਸੀ, ਉਹ ਆਇਆ ਸੀ ਉੱਥੇ, ਉਹਨੇ ਤੁਹਾਡਾ ਨਾਂ ਲਿਆ ਤੇ ਉਹ ਮਰਜ਼ਾਈ ਕੋਈ ਇੱਕ ਦੋ ਉੱਥੇ ਨਾ ਟੱਪਿਆ ਟੁੱਪਿਆ ਬਈ ਮੁਫਤੀ ਸਾਹਿਬ ਤੇ ਜਨਾਬ ਬੜਾ ਗਾਲਾਂ ਕੱਢਦੇ ਨੇ ਤੇ ਸਖਤੀ ਕਰਦੇ ਨੇ, ਤੇ ਉਹ ਅਬਦੁਲ ਕਾਦਰ ਨੇ ਤੁਹਾਡੇ ਮਰੀਦ ਨੇ ਆਖਿਆ ਵੀ ਨਹੀਂ, ਮੁਫਤੀ ਸਾਹਿਬ ਜਿਹੜੀ ਗੱਲ ਕਰਦੇ ਨੇ ਨਬੀ ਦੀ ਗੈਰਤ ਵਾਸਤੇ ਕਰਦੇ ਨੇ। ਤੇ ਉਹ ਜਮੀਲ ਨੇ ਆਖਿਆ ਵੀ ਨਹੀਂ ਉਹ ਤੇ ਭਾਬੀ ਤਾਂ ਸੜ ਗਿਆ ਹੋਣਾ ਵਾ, ਮੁਫਤੀ ਸਾਹਿਬ ਬਰੇਲਵੀ ਨੇ ਭਾਬੀ ਤਾਂ ਸੜ ਗਿਆ ਹੋਣਾ। ਨਹੀਂ, ਉਹ ਤੇ ਮੈਂ ਉਹਨੂੰ ਤੇ ਮੈਂ ਡੱਕ ਹੀ ਲਿਆ ਨਾ। ਮੈਂ ਕਿਹਾ ਗੱਲ ਸੁਣ, ਜਿਸ ਮਰੀਦ ਦੇ ਸਾਹਮਣੇ ਆਖੀਏ ਕਿ ਤੇਰਾ ਪੀਰ ਗਾਲਾਂ ਕੱਢਦਾ ਹੈ, ਉਹਨੂੰ ਚੰਗਾ ਲੱਗਦਾ ਹੈ? ਮੈਂ ਕਿਹਾ ਜੇ ਮੈਂ ਤੇਰੇ ਮੂੰਹ ਤੇ ਆਖਾਂ ਕਿ ਮਿਰਜ਼ਾ ਕਾਦੀਆਨੀ ਬੜਾ ਵੱਡਾ ਗਾਲੀਬਾਜ਼ ਸੀ, ਤੈਨੂੰ ਚੰਗਾ ਲੱਗੇਗਾ? ਤੂੰ ਤੇ ਉਹਦਾ ਮਰੀਦ ਹੈ ਨਾ। ਇੱਥੇ ਹੋ ਗਿਆ ਫਸ, ਉਹਨੂੰ ਗੱਲ ਕੋਈ ਨਾ ਆਵੇ ਤੇ ਫਿਰ ਉਹ ਸੈਣੀ ਸਾਹਿਬ ਆਂਦੇ ਨੇ ਤੁਸੀਂ ਮੁਫਤੀ ਸਾਹਿਬ ਨੂੰ ਬੁਲਾ ਹੀ ਲਓ ਤੇ ਇਹਨਾਂ ਦਾ ਸ਼ੱਕ ਕੱਢ ਦਈਏ। ਤਾਂ ਮੈਂ ਤੁਹਾਨੂੰ ਫੋਨ ਕੀਤਾ ਤੇ ਫਿਰ ਮੈਂ ਵੇਖਿਆ ਵੀ ਤੁਸੀਂ ਨਾ ਸੌਂ ਗਏ, 12:30 ਤੁਹਾਡੇ ਕੋਲ ਹੋ ਗਏ ਸੀ, ਤੇ ਮੈਂ ਕਿਹਾ ਮੁਫਤੀ ਸਾਹਿਬ ਸੌਂ ਗਏ ਨੇ ਹੁਣ ਨਹੀਂ, ਤੇ ਫਿਰ ਕਿਤੇ ਤੇਰਾ ਸ਼ੱਕ ਮੈਂ ਕੱਢ ਦਿਆਂਗਾ। ਇਹ ਗੱਲ ਸੀ ਜੀ। अस्सलाम वालेकुम रहमतुल्लाह जी। हाँ जी, मैं ना अजकल रूटीन बनाई है इशा तो फौरी बाद ना जी मैं सो जाना वा ते फजर च फिर उठी दे तो रूटीन बनाने की कोशिश कर रहे हैं क्योंकि रात की जिहड़ी नींद है ना वो जरूरी है। नींद नहीं होएगी तो फिर काम खराब हो जाता है। हाँ जी, काल कोटी मैं देखी सी बात होईयां सन। ਮੁਫਤੀ ਸਾਹਿਬ ਦੇ ਅੱਗੇ ਰੱਖ ਦਿਓ, ਮੇਰਾ ਵੀ ਸਵਾਲ ਸੀ ਰਾਤੀ। जी जी, ਉਹ ਕਿਉਂਕਿ ਮੈਂ ਕਿਹਾ ਵੀ ਜਿਹੜਾ ਮੁਰੀਦ ਹੈ ਉਹ ਮੁਲਹਿਮ ਹੈ, सवाल कर पीर- करके पीर ते मुलहिम फिर नहीं जवाब भी है, ले की चक्कर है? गल ते सुन लो ना, गल ते सुन नहीं लो मेरा सवाल सुनो ना मुफ्ती साहब, मेरा सवाल गल ते सुन लो ना, गल भी ते सुन लो ना, गल भी ते सुन लो। गल तुसी टोकदे हो पे विच अजे साडी गल जारी जे किड्डी बदतहजीबी है और किड्डे तुसी बदतमीज किस्म दे कादियानी मुरब्बी हो कि तुहानू कोई अखलाकियात नाम दी चीज नहीं। मुरीद मुलहिम है, मुरीद गल ते मुलहिम सुन लो ना, गल भी ते सुन लो ना, पीर मुलहिम गल भी नहीं ते है, सुन लो की ना। चक्कर है भाई? माइक दसो ते म्यूट सवाल करो, माइक म्यूट करो जरा, गल सुन लो, गल सुन लो। कहने दा मकसद है सवाल तुसी जरूर करो, लेकिन सवाल दा जवाब लैके ते जेड़ा अस्सी सवाल करियो दा जवाब दे के जाया जे, नसियो ना। मैं कह रहा हूं, समझ आई कि नहीं? मुफ्ती हाँ, साहब करो। ਤੁਸੀਂ ਗਾਲਾਂ ਕੱਢਦੇ ਹੋ ਨਾ, ਮੈਂ ਤੇ ਫਿਰ ਗਾਲਾਂ ਤੋਂ ਨਸਦਾ ਨਾ, ਗਾਲਾਂ ਕੱਢਦੇ ਹੋ। गाला मैं कढ़ना वा, हाँ ए जी। पूरी किताब मौजूद है। ਆ ਦੇਖਿਆ ਸ਼ੁਰੂ ਹੋ ਗਿਆ ना। यानी मसीह गालीबाज, मसीह मैं कह रहा गालीबाज। मैं कह रहा ਤੁਸੀਂ ਸਵਾਲ ਦਾ ਜਵਾਬ ਦਿਓ, ਸਵਾਲ ਦਾ ਜਵਾਬ। भाई गाला तुसा मेनू क्यों तुसी इल्जाम दिता कि मैं गालियां कढ़ना, क्यों इल्जाम दिता? ਮੈਂ ਕਹਿ ਰਿਹਾ ਮੈਂ ਤੇ ਹਰ ਵਕਤ ਸੁਣਦਾ ਤੁਹਾਡੇ ਮੂੰਹ ਚੋਂ ਗਾਲਾਂ ਹੀ मतलब ਨਿਕਲਦੀਆਂ। मेरी कोई देखो मैं दलील दे नाल साबित करना कि तुहाडा मसीह गालीबाज सी, ਉਹ ਗਾਲ ਤੋਂ ਇਲਾਵਾ ਗੱਲ ਕਰਦਾ ਹੀ ਨਹੀਂ ਸੀ। ਤੁਸੀਂ ਮੇਰੀ ਗਾਲਾਂ ਦਾ ਸਬੂਤ ਦੇ ਦਿਓ, ਮੈਂ ਤੁਹਾਡੇ ਮਸੀਹ ਦੀ ਗਾਲਾਂ ਦਾ ਸਬੂਤ, ਬਲਕਿ ਮੈਂ ਤੇ ਹੁਣ ਇਹ ਸਵਾਲ ਨਹੀਂ ਸੀ ਰੱਖਿਆ ਨਾ, ਮੈਂ ਹੁਣ ਇਹ ਸਵਾਲ ਨਹੀਂ ਰੱਖਿਆ। ਕਬੂਲ ਜੇ ਮੈਂ ਅਬਦੁਲ ਕਾਦਰ ਦਾ ਸਵਾਲ ਰੱਖਿਆ। ਮੈਂ ਅਬਦੁਲ ਯਾਰ ਕਾਦਰ ਮੁਲਹਿਮ ਆਸਾ ਹੈ, ਭਾਈ ਮਾਈਕ ਮਿਊਟ ਅਬਦੁਲ ਕਰਨਾ। ਕਾਦਰ ਮੁਲਹਿਮ ਹੈ, ਆਸਾ ਭਾਈ ਮਾਈਕ ਮਿਊਟ ਪੀਰ ਕਰਨਾ ਮੁਲਹਿਮ ਨਹੀਂ ਹੈ। ਕੀ ਨਵੀਂ ਮਤਲਬ ਅਬਦੁਲ ਕਾਦਰ ਮੁਲਹਿਮ ਅੱਲਾਹ ਕਲਾਮ ਕਰਦਾ ਅਬਦੁਲ ਕਾਦਰ ਨਾਲ, ਤੇ ਜਿਹੜਾ ਪੀਰ ਹੈ ਅੱਛਾ ਤੁਸੀਂ ਗੱਲ ਪੀਰ ਉਹਦੇ ਨਾਲ ਕਿ ਨਹੀਂ ਤੁਸੀਂ ਕਰਦਾ। ਮੇਰੀ ਗਾਲੀ ਮੇਰੀਆਂ ਗਾਲਾਂ ਦਾ ਸਬੂਤ ਦੇ ਦਿਓ, ਮੈਂ ਤੁਹਾਡੇ ਮਸੀਹ ਮਿਰਜ਼ਾ ਉਹਨੇ ਬੈਠ ਕਿਉਂ ਕੀਤੀ ਹੈ? ਗਾਲਾਂ ਦਾ ਸਬੂਤ ਦੇ ਜਿਹੜਾ ਮੁਰੀਦ ਹੈ ਮੁਲਹਿਮ ਹੈ ਕਰਦੇ ਹੋ, ਤੇ ਜਿਹੜਾ ਪੀਰ ਹੈ ਉਹਦੇ ਨਾਲ ਅੱਲਾਹ ਕਲਾਮ ਨਹੀਂ ਕਰਦਾ। ਬੁਹਤਾਨ ਕਿਉਂ ਲਾਇਆ ਕਿ ਭਾਈ ਤੂੰ ਗਾਲਾਂ ਕੱਢਣਾ ਹੈ? ਬੁਹਤਾਨ ਕਿਉਂ ਲਾਇਆ? ਕਿਉਂ ਬੁਹਤਾਨ ਲਾਇਆ? ਨਹੀਂ ਮੈਂ ਤੇ ਬੁਹਤਾਨ, ਮੈਂ ਤੇ ਗਵਾਹੀ ਦੇਣ ਦਾ ਅੱਲਾਹ ਕਿਉਂ ਲਾਇਆ ਕਿ ਮੈਂ ਗਾਲਾਂ ਕੱਢਣਾ ਕਿ ਤੁਸੀਂ ਗਾਲਾਂ ਕੱਢਦੇ ਹੋ? ਬਸ ਮੈਂ ਸੁਣੋ ਜਰਾ, ਤੁਸੀਂ ਤੁਹਾਡੇ ਮੂੰਹ ਤੇ ਗਾਲਾਂ ਮਸੀਹ ਦੀਆਂ ਗਾਲਾਂ ਸੁਣਾਉਣ ਲੱਗਾ ਜੇ, ਤੁਹਾਡੇ ਨਹੀਂ, ਮਸੀਹ ਦੀਆਂ ਗਾਲਾਂ ਸੁਣਾਉਣ ਲੱਗਾ ਜੇ। ਮੇਰੇ ਸਵਾਲ ਦਾ ਸੁਣੋ ਜਵਾਬ ਤੇ ਸਹੀ ਨਾ, ਹੁਣ ਮਾਈਕ ਤੇ ਮਿਊਟ ਕਰੋ ਨਾ, ਕੀ ਮਸਲਾ ਹੈ? ਨਹੀਂ ਸਵਾਲ ਤਾਂ ਮੈਂ ਸਵਾਲ ਹੋਰ ਕਰ ਰਿਹਾ, ਜਵਾਬ ਤੁਸੀਂ ਹੋਰ ਦੇ ਰਹੇ ਹੋ। ਤੁਸੀਂ ਆਪਣੀ ਕਿਤਾਬ ਵੇਚ ਰਹੇ ਹੋ, ਮੇਰੇ ਉੱਤੇ ਜਿਹੜਾ ਤੁਸੀਂ ਕਾਰੋਬਾਰ ਕਰ ਬੁਹਤਾਨ ਰਹੇ ਹੋ ਲਾਇਆ ਨਾ। ਵੇ ਉਹਦਾ ਸਬੂਤ ਤੁਹਾਡੇ ਕੋਲ ਕੋਈ ਉਹ ਨਹੀਂ। ਭਾਈ ਮੈਂ ਪਹਿਲੇ ਸਵਾਲ ਰੱਖਿਆ, ਪਹਿਲੇ ਮੇਰੇ ਕੋਲ ਅਬਦੁਲ ਕਾਦਰ ਸਬੂਤ ਦਾ ਮੌਜੂਦ ਸਵਾਲ ਹੈ, ਰੱਖਿਆ। ਮੈਂ ਸਬੂਤ ਦੇਣ ਲੱਗਾ ਵਾਂ, ਮੈਂ ਮੁਫਤੀ ਸਬੂਤ ਸਾਹਿਬ, ਦੇਣ ਮੈਂ ਲੱਗਾ। ਅਬਦੁਲ ਜ਼ਰਾ ਕਾਦਰ ਸੁਣੋ। ਦਾ ਸਵਾਲ ਰੱਖਿਆ ਯਾਰ ਹੈ ਇਹਨਾਂ ਕਿ ਦਾ ਮਾਈਕ ਮੁਰੀਦ ਮਿਊਟ ਕਰੋ ਮੁਲਹਿਮ ਭਾਈ, ਮਾਈਕ ਔਰ ਮਿਊਟ ਪੀਰ ਕਰੋ, ਜਿਹੜਾ ਨਾ ਉਹ ਮੁਲਹਿਮ ਨਹੀਂ ਹੈ। ਕੀ ਚੱਕਰ ਨਵਾਂ ਨਵੀਂ ਚੀਜ਼ ਨਹੀਂ ਗੱਲ ਹੋਣੀ ਇਹਨਾਂ ਦਾ। ਬਹਿਸ ਮਿਊਟ ਕਰਨ ਮਾਈਕ ਵਾਲਾ ਮਿਊਟ ਕਰੋ ਭਾਈ, ਅੱਲਾਹ ਉਹਦੇ ਨਾਲ ਕਲਾਮ ਕਰਦਾ। ਮਾਈਕ ਮਿਊਟ ਕਰੋ ਭਾਈ ਇਹਨਾਂ ਦਾ, ਮੈਂ ਦਲੀਲ ਦੇਵਾਂਗਾ। ਨਹੀਂ ਇੰਜ ਨਹੀਂ, ਤੇ ਸਰ ਤੁਸੀਂ ਲਾਓ ਸਾਡੇ ਤੇ ਬੁਹਤਾਨ। ਨਹੀਂ ਇੰਜ ਨਹੀਂ ਭਾਈ, ਇੰਜ ਨਹੀਂ ਭਾਈ, ਇੰਜ ਨਹੀਂ। ਇਹ ਵੇਖੋ, ਇਹ ਹੁਣ ਦੌੜ ਗਏ ਹੋ ਬਸ। ਮਿਰਜ਼ੇ ਕਾਦੀਆਨੀ ਨੇ ਤੁਹਾਡੇ ਬਾਰੇ ਠੀਕ ਕਿਹਾ ਸੀ कि मुखन्नस का काम नहीं है मैदान के अंदर रुकना, हाँ मैदान में निकलना मुखन्नस का खुसरे हेजड़ों का काम नहीं है। और तुसी हेजड़े होए कादियानी मुरब्बियो, हेजड़े हो, मुखन्नस हो,
ਓਏ ਹੇਜੜੇ ਹੋ ਹੈਂ, ਓਏ ਦੁੜਕੀਆਂ ਲੈਂਦੇ ਹੋ। ਓਏ ਤੁਹਾਡੇ ਕੋਲ ਤੇ 2 ਮਿੰਟ ਨਹੀਂ ਰੁਕ ਸਕਦੇ ਤੁਸੀਂ। ਉਹ ਤੁਹਾਡੀ ਅਜੀਬੋ ਗਰੀਬ ਕੌਮ ਹੈ ਕਿ ਹਰ ਬੰਦਾ ਦੇਖੋ, ਹਜੇ ਹੁਣ ਆਮਿਰ ਨਜ਼ੀਰ ਭਾਈ ਗੱਲ ਕਰ ਰਹੇ ਸਨ, ਮੇਰਾ ਜਿਹੜਾ ਮੁਰੀਦ ਹੈ ਅਬਦੁਲ ਕਾਦਰ, ਠੀਕ ਹੈ, ਉਹਦੀ ਗੱਲ ਕਰ ਰਹੇ ਨੇ। ਮੇਰੀ ਅਦਮ ਮੌਜੂਦਗੀ ਦੇ ਵਿੱਚ ਮੇਰੇ ਮੁਰੀਦ ਦੇ ਸਾਹਮਣੇ ਉਸਤਾਦ ਦੀ ਜਾਂ ਪੀਰੋ ਮੁਰਸ਼ਦ ਦੀ ਤੋਹੀਨ ਹੋਈ ਹੈ। ਉਹ ਬੰਦਾ ਆਕੜ ਕੇ ਖਲੋ ਗਿਆ, ਉਹ ਦਿਫਾ ਵਾਸਤੇ ਇੰਜ ਖਲੋ ਗਿਆ। ਉਹਨੇ ਕਿਹਾ ਮੈਂ ਦਿਫਾ ਕਰਾਂਗਾ ਆਪਣੇ ਪੀਰੋ ਮੁਰਸ਼ਦ ਦਾ, ਆਪਣੇ ਉਸਤਾਦ ਦਾ। ਉਹ ਤੁਸੀਂ ਤੇ ਉਹਨੂੰ ਆਪਣਾ ਪੀਰੋ ਮੁਰਸ਼ਦ ਨਹੀਂ ਮੰਨਦੇ, ਬਲਕਿ ਆਪਣਾ ਨਬੀ ਮੰਨਦੇ ਹੋ, ਨਬੀ ਮਿਰਜ਼ੇ ਕਾਦੀਆਨੀ ਨੂੰ। ਉਹ ਤੁਹਾਡੇ ਕੋਲੋਂ ਉਹਦੀ ਜ਼ਾਤ ਦਾ ਤਹਫੁਜ਼ ਨਹੀਂ ਹੋ ਸਕਦਾ। ਉਹ ਡੁੱਬ ਕੇ ਮਰ ਜਾਓ ਏ ਕਾਦੀਆਨੀਓ। ਅੱਜ ਤੱਕ ਨਹੀਂ ਅਸੀਂ ਵੇਖਿਆ ਕਿ ਕੋਈ ਕਾਦੀਆਨੀ ਟਿਕ ਕੇ ਆਪਣੇ ਮੂੰਹ ਬੋਲੇ ਰੰਗੀਲੇ ਰੰਗਬਾਜ਼ ਉਸ ਕਾਨੇ ਉਸ ਦਜਾਲ ਦੀ ਇੱਜ਼ਤ ਔਰ ਨਮੂਸ ਦੀ ਹਿਫਾਜ਼ਤ ਕਰ ਸਕੇ, ਉਹਦੇ ਉੱਤੇ ਉੱਠਣ ਵਾਲੇ ਇਤਰਾਜ਼ਾਂ ਦੇ ਜਵਾਬ ਦੇ ਸਕੇ ਕਿਸੇ ਨੂੰ। ਹਾਂਜੀ, ਇਹ ਕਿਤਾਬ ਲਿਖੀ ਹੈ ਨਾ, ਦਵੋ ਇਹਦਾ ਜਵਾਬ। ਮੈਂ ਹਵਾਲੇ ਦੇਣ ਲੱਗਾ, ਸੁਣੋ ਜ਼ਰਾ ਸੁਣੋ। ਹੁਣ ਇਹਦਾ ਤਹਫੁਜ਼ ਕਰਿਆ ਜੇ, ਕਿੰਜ ਕਰ ਦਿਓ ਤਹਫੁਜ਼। ਲੋ ਜੀ, ਇਹ ਪਹਿਲਾ ਹਵਾਲਾ ਅਸਲ ਕਾਦੀਆਨੀ ਕਿਤਾਬਾਂ ਦਾ, ਇਹ ਸਕੈਨ ਅਸਲ ਆਪਣੇ ਕੋਲੋਂ ਗੱਲ ਨਹੀਂ ਕੀਤੀ। ਅੱਛਾ ਗੱਲ ਸੁਣ ਲਓ, ਗੱਲ ਸੁਣੋ ਮੇਰੀ। ਮੇਰੀਆਂ ਕਿਤਾਬਾਂ ਤਕਰੀਬਨ 50 ਤੋਂ ਜ਼ਾਇਦ ਹੋ ਗਈਆਂ ਨੇ, 50 ਤੋਂ ਜ਼ਾਇਦ ਕਿਤਾਬਾਂ ਨੇ, ਜਿਨ੍ਹਾਂ ਚੋਂ ਮਸ਼ਹੂਰ ਕਿਤਾਬ ਮਿਰਜ਼ਾ ਕਾਦੀਆਨੀ ਹੀਰਾ ਮੰਡੀ, मिर्जा कादियानी चूड़ा और बड़ियां किताबां। मैं चैलेंज किया है भाई, मेरी किताबों में से कोई एक हवाला गलत साबित करने वाला, भले कोई कादियानी हो भले कोई मुसलमान हो, कोई मसला नहीं, मुसलमान भी आ सकते, या कोई कादियानी या कोई और हो, कोई भी हो, पूरी दुनिया में से कोई एक भी हो, वो मेरे एक हवाले को गलत साबित कर दे, मुंह मंगा इनाम दूंगा, मुंह मंगा इनाम दूंगा। मुंह मंगे इनाम का ऐलान किया हुआ है, सुने। ये ले जी, रूहानी खजाइन जिल्द 14 सफ़ा 53 नजमुल हुदा मिर्ज़े कादियानी की किताब है, उसका ये स्कैन लगाया मैंने। ये देख, हाईलाइट इबारत ये आपको नजर आ रही है, ये हाईलाइट इबारत है, मैं पढ़ के सुना देता हूँ। मिर्जा कादियानी कहता है, दुश्मन हमारे बियाबानों के खंजीर हो गए और उनकी औरतें कुत्तियों से बढ़ गई हैं। मुझे बताइए, ये वो मिर्जा कादियानी है जो अपने आप को मसीह कहता है, मसीह, मऊद, नबी कहता है, रसूल कहता है। वक़्त आने पर ये मोहम्मद बन जाता है, वक़्त आने पर 1,24,000 कमोबेश अंबिया और रसूल बन जाता है, वक़्त आने पर खुदा की बीवी खुदा का बेटा बन जाता है, वक़्त आने पर खुदा भी बन जाता है, वक़्त आने पर ये जनाब वो हिंदुओं के अवतार बनता है, कभी ज़रतश्त बनता है, कभी राम बनता है, कभी बुधा बनता है, कभी जनाब कृष्ण कन्या बनता है, कभी रुद्र कपाल बनता है, और बाबा गुरु नानक भी बन जाता है। वक़्त आने के ऊपर यही शख्स जनाब वो हजरे अस्वद बन जाता है, खाना काबा बन जाता है। यही बंदा वक़्त आने के ऊपर सजदे करवाता है अपने आप को, सजदे खुदा को होते हैं। इसका पूरा जिक्र मैंने अपनी किताब कादियानी तौहीद के अंदर किया है कि देखो लोगों, कादियानियों की तौहीद ये है, ये मिर्ज़े कादियानी की इबादत करते हैं, ये मिर्ज़े को खुदा मानते हैं। मिर्ज़ा खुद कहता है मैं खुदा हूँ, इस पूरी कायनात को तख्लीक मैंने किया है। वो कहता है इस कायनात को मैंने तख्लीक किया है, जन्नत दोज़ख को मैंने तख्लीक किया, ये सितारों को मैंने तख्लीक किया, शम्सो कमर को मैंने तख्लीक किया है, और वो कहता है आदम को मैंने तख्लीक किया, इस दुनिया की मैंने तख्लीक और तज़यीन की है। ये पूरा आप कार्रवाई असल सबूत दलील स्कैन के साथ कादियानी तौहीद के अंदर देखिए। ये है वो मिर्ज़ा कादियानी। करतूत उसकी चेक करें कि कोई गैर मुस्लिम बकौल इन लोगों की, या यूं कह लें कि गैर कादियानी, जो मरज़ई नहीं है, कादियानी नहीं है, गैर अहमदी जिसको कादियानी कहते हैं,
वो आता है और उसको गालियां निकालनी शुरू कर, ओ खंजीरा, ओ तेरी माँ कुत्ती ते कुत्तियों तो वध गई है, ओ कुत्ती दिया पुत्रा, ओए खंजीरा। मुझे बताइए इतने बड़े दावाजात को छोड़ें यार, सारे दावाजात को छोड़ दें, खुदाई का दावा, रसूलियत का दावा, नबूवत का दावा, इब्नुल्लाह का दावा और दीगर दावाजात को छोड़ दें, सारे दावों को छोड़ दें। ये काम मस्जिद का जो मौलवी है ना, मस्जिद का मौलवी, हाँ मस्जिद का मौलवी, किसी पिंड की मस्जिद का छोटा सा मौलवी जो आलम दीन भी नहीं है, हाफिज़ कुरान भी नहीं है, सिर्फ लोगों ने वैसे ही मुसल्ला रसूल के ऊपर उसको खड़ा किया हुआ है, वो बंदा किसी को ऐसी गालियां निकाले ना, लोग उसको लख जूता लगाएं, समझ आई कि नहीं, और अपने पिंड के चुराहे पर खड़ा करके ना उसको जूतियां रसीद करें। और ये बंदा है लोगों को गालियां निकालता है, तेरी भैन दी, तेरी मां दी, समझ आई कि नहीं, मसीह गालीबाज। हाँ किधर गया नजीरा, और दबो ना जो आप का दिया, दुश्मन हमारे बियाबानों के खंजीर हो गए और उनकी औरतें कुत्तियों से बढ़ गई। वे दुश्मन सबसे पहली दुश्मनी की मिर्जे कादियानी की पहली बीवी ने, हुर्मत बीबी ने, जिसको फज्जे दी माँ कहते थे, सबसे पहली दुश्मन वो थी जिसने मिर्जे कादियानी की नबूवत का इनकार कर दिया। उसने कहा तू चूड़ा है, तू जात का चूड़ा है, तू उठ के नबूवत के दावे कर रहा है, नहीं मैं तेनू नहीं मनदी। मिर्जे कादियानी ने बुढ़ापे के अंदर उसको तलाक दे दी थी, सबसे पहली दुश्मन वो। तो बताओ कादियानियों, मिर्जे की पहली बीवी वो खंजीरनी थी कि नहीं? मिर्जे के फतवे के मुताबिक वो कुत्तियों से बड़ी हुई थी कि नहीं? फिर सबसे पहले इनकार उसके दो बेटों ने, फजल नाम के बेटों ने किया है। उन्होंने कहा चल तू चूड़ा, तू उठ के नबूवत दावे करना है। उसके बेटों ने इनकार कर दिया। मिर्जे कादियानी ने उनको आग कर दिया, अपने घर से निकाल दिया। बताओ कि मिर्जे कादियानी के वो बेटे वो खंजीर थे कि नहीं? खादिम रिजवी साहब के ब्रूज नजर आ रहे हो, जिल बकबक ना करी, खादिम रिजवी साहब का जिल नजर आ रहे हो, खादिम देखो रिजवी साहब का ब्रूज हो आप, जिल खातम से रिजवीदा आ गया जी, जिल्ला आ गया है। वही अदाएं हैं खादिम रिजवी साहब वाली। अब मजाल है कुछ, आप ये कादियानी मुरब्बी थे, वहाबी सूरों के सूर होते हैं। वहाबियों की अजान कौन सी अजान है? ओ यार आराम नाल एक मिनट गल कर तेरा। ओए अभी माइक देने हैं, बंदा बन। ओए भाभी भी करने हैं, खादिम रिजवी साहब की अदा, ओ गल ते सुन, ओ बंदे दा की अदा कैसी ये ब्रूज, ओ इंसान दा बच्चा बनना। ओ तन्नू मौका देने हैं गल करन दा, ते तू सवाल कर ली जेड़ा तेरे ज़हन च आया। क्यों तू रौला पाना यार, क्यों चीका मारना नज़ीर? तेरे को सवाल लेने आ, पर इंसाना हर गल कर। ए तुहानू मिर्जे कादियानी तरबियत दित्ती है? किसी दी मजलिस च जाइए ते जाके इंज हत्थी पै जाना है, ओनू पिन्नियों पै जाना है, गिट्टियों पै जाना है, दंदियां वड्डणियां। कोई इंसाना वाले काम करो। तेनू मौका देने आ, तेनू माइक देने आ, तेरा सवाल लेने आ, तमीज नाल तहजीब नाल तू आके एक सवाल कर, लेकिन गाला ना कट ते हत्थी ना पो। माइक किधर गया? लो जी फिर दौड़ गए। बस यही करतूत। वालेकुम सलाम। अबू साहब आए ने जी, कौन ने जी अबू साहब? मुफ्ती साहब अस्सलाम वालेकुम। वालेकुम सलाम। उस्ताद जी मैं सिर्फ पुछना चाह रहा सर जी, ਤੁਹਾਡਾ ਕੋਈ ਜਾਇਜ਼ ਕੈਸ਼ ਜਾਂ ਈਜ਼ੀ ਪੈਸਾ ਨੰਬਰ ਹੈਗੇ? क्यों जी खरीयत है? ਸਰ ਮੈਂ ਕੁਝ ਹਦੀਆ ਕਰਨਾ ਚਾਹਨਾ ਜੀ, ਜਿਹੜੀਆਂ ਤੁਸੀਂ ਕਿਤਾਬਾਂ ਲਿਖੀਆਂ ਨੇ, ਮੈਂ ਚਾਹਨਾ ਕਿ ਥੋੜਾ ਜਿਹਾ ਹਿੱਸਾ ਪਾ ਲਵਾਂ। ਤੁਸੀਂ ਜਿਸ ਤਰ੍ਹਾਂ ਸਾਰਿਆਂ ਨੂੰ ਦੇ ਰਹੇ ਹੋ, ਤੇ ਮੈਂ ਆਪਣੀ ਤਰਫੋਂ ਕੁਝ ਹਦੀਆ ਕਰਨਾ ਚਾਹਨਾ। मिर्जे गुलाम कादियानी दे बारे आप जनाब दा की मौकफ है? जी लानती है जी, मरदूद। कौन? ਲਾਈਨ ਮਿਰਜ਼ਾ ਕਾਦੀਆਨੀ। ਉਸਤਾਦ ਮੁਹਤਰਮ ਮੈਂ ਪਹਿਲੇ ਵੀ ਆਇਆ ਸੀ ਤੁਹਾਡੇ ਕੋਲ ਜੀ, ਮੈਂ ਕੋਈ ਉਸ ਤਰ੍ਹਾਂ ਦਾ ਨਹੀਂ ਹੈਗਾ। ਗੱਲ ਹੈ ਵੇ ਕਿ ਅਬੂ ਤੁਰਾਬ ਗਾਲਬਨ ਲਿਖਿਆ ਆਪਦੇ ਨੇ ਨਾਮ, ਤੇ ਇਹ ਇੰਤਜ਼ਾਮੀ ਕੁਝ ਮਾਮਲਾਤ ਹੁੰਦੇ ਨੇ, ਇਹਨੂੰ ਆਨਲਾਈਨ ਤੇ ਨਹੀਂ ਨਾ ਸਮਝਦਾਰ ਹੋ ਨਾ ਯਾਰ, ਸਮਝਦਾਰ ਹੈ ਉਹ ਕਿ ਨਹੀਂ? ਸਰ ਮੈਨੂੰ ਪਤਾ ਨਹੀਂ ਸੀ, ਮੈਂ ਸਿਰਫ ਪੁੱਛਣ ਆਇਆ। ਮੈਂ ਨਹੀਂ ਗੱਲ ਤੁਸੀਂ ਸਮਝਦਾਰ ਬੱਚੇ ਤੇ ਨਹੀਂ ਹੈ, ਤੁਸੀਂ ਬੱਚੇ ਕੋਈ ਮਾਸੂਮ ਤੇ ਨਹੀਂ ਹੈ।
ਮੈਂ ਮਾਜ਼ਰਤ ਇੰਤਜ਼ਾਮੀ ਮਾਮਲਾਤ ਨੂੰ ਆਨਲਾਈਨ ਡਿਸਕਸ ਕਰੋਗੇ ਕਿਆ ਤੁਸੀਂ? ਮੈਂ ਮਾਜ਼ਰਤ ਚਾਹੁੰਦਾ, ਗਲਤ ਮੈਨੂੰ ਕੰਮ। ਪਤਾ ਨਹੀਂ ਸੀ। ਮੈਂ ਸਿਰਫ ਮੇਰਾ ਪੁੱਛਣਾ। WhatsApp ਨੰਬਰ ਸਾਰੀ ਦੁਨੀਆ ਨੂੰ ਪਤਾ ਵੇ, ਮੇਰੀ ਐਸੇ ਬਾਇਓ ਦੇ ਵਿੱਚ ਮੇਰਾ WhatsApp ਨੰਬਰ ਲਿਖਿਆ ਹੈ, ਬੰਦਾ WhatsApp ਤੇ ਜਾ ਕੇ ਇੰਤਜ਼ਾਮੀ ਮਾਮਲਾਤ ਡਿਸਕਸ ਕਰ ਸਕਦਾ। ਮੈਂ ਉਹਦੇ ਵਾਸਤੇ ਮਾਜ਼ਰਤ ਚਾਹੁੰਦਾ ਜੀ, ਮੈਨੂੰ ਨਹੀਂ ਸੀ ਜੀ ਪਤਾ। ਬੜੀ ਮਿਹਰਬਾਨੀ। ਅੱਛਾ ਜੀ, ਨਿਕਲੋ ਕਾਦੀਆਨੀਓ, ਦਵੋ ਜਵਾਬ। ਮਸੀਹ ਗਾਲੀ ਬਾਜ਼ ਹੈ, तबलीग इंज होंदी है, इंज तबलीग होंदी है। हमें मानना पड़ेगा कि मिर्जा कादियानी का पहला, जो कादियानियों का पहला खलीफा है हकीम नूरुद्दीन, जब मिर्जे की बैत करने के लिए आया होगा, उसको भी मिर्जे ने कहा होगा, ओ खंजीर दिया पुत्रा, ओए हराम दिया, ओ कुत्ती दिया पुत्रा। ओ उसने फिर ना ये गालियां सुन के बैत कर ली होगी। माशाल्लाह, बड़े ये तो पहुंची हुई है हस्ती है, बड़ी पहुंची हुई हस्ती है। हाँ जी। और तुम्हारा दूसरा खलीफा, और जिसने अपनी कुड़ी के साथ ज़ना किया था, हाँ जी, इसके ऊपर तो मैंने पूरी किताब लिखी है, ज़ानी इब्ने ज़ानी, बशीरुद्दीन महमूद। हाँ जी, तो वो तफसीलात मेरी किताब में पढ़ लीजिएगा। उसने भी जब अपने बाप को नबी माना होगा, तो मिर्ज़े कादियानी ने उन्होंने गाल कड्डी होगा, ओए हराम दिया, ओए हराम दिया, ओ कुत्ती दिया पुत्रा, ओए खंदीरा हैं। उसने कहा, मेरा अब्बा जी हजूर, हजूर आली शान, हाँ जी, बैत करो जी, बैत करो जी, बैत करो हैं। मुझे बताओ कि मिर्जे की सुन्नत पे अमल करते हुए मिर्जा मसरूर जब वो बैत करवाता है, क्या आने वाली वो जो लाइन बनी होती है उनको कोई गालियां निकालता है कि नहीं निकालता? बताओ। अगर कहो कि नहीं वो गालियां निकाल के बैत नहीं करता, तो फिर वो मिर्जे की खिलाफवर्जी कर रहा है। इनू जुतियां ला के थल्ले मारो, किसे गालीबाज खलीफे नू ले आओ, हाँ जी, जेड़ा मिर्जे वर्गा गालीबाज होए, वो गालां कड्डो, तेरी भैन दी और तेरी मां दी लामनून होए। वो फिर सारे वेख्या जे किन्नियां बैतां करदे ने, ते जे उन्होंने लित्तर ना ला के ओदा पछवाड़ा लाल ना कर देता, तो मैनू नहीं था बिठा ली है। चलो जी, करो जी बात जी, किसी और ने करनी है तो कर। अच्छा, ऐलान भी सुन ले भाई, ऐलान भी सुन लें। अभी किताबें जो है ना वो पार्सल हम किताबों के तैयार करें, मैं आपको पार्सल ज़रा दिखाऊं। ये देखिए, किताबों के पार्सल बकायदा तैयार हो रहे हैं, और इसके अंदर जो है हम जो किताबें भेज रहे हैं, वो एक तो कादियानी तौहीद, क्योंकि बची भी मेरे पास यही हैं, जो बच गई हैं वो हम अब भेज रहे हैं। कादियानी तौहीद, मिर्ज़ा चूड़ा और मिर्ज़ा कादियानी इन हीरा मंडी, और कुछ रसाइल हैं, ठीक है, कुछ ये देखिए, तो कुछ ये रसाइल भी हैं, ये ठीक है। तो वक्तन फ़वक्तन छोटे छोटे रसाइल भी हम छापते हैं। तो ये देखिए, ख़त्म नबूवत इस्लामी कायदा है, ये सवालन जवाबन है, बच्चों के लिए हमने तैयार किया। तो इस किस्म के और रसाइल बहुत ज़्यादा। तो ये पूरा पैक जो है ना ये तैयार कर रहे हैं, और तकरीबन 400 डाक कल हम रवाना की थी हमने, ठीक है, और अभी भी ये सारी तैयारी हो गई है। तकरीबन आज भी कोई 100 के करीब डाक तैयार हो गई है, ये भी रवाना कर देंगे। जिनको ये किताबें चाहिए हों, मेरे पर्सनल के ऊपर, मेरे व्हाट्सएप के ऊपर रब्ता कर लीजिएगा, ये किताबें आपको मिल जाएंगी इंशाअल्लाह, ठीक है। हमारी किताबें फ्री ऑफ द कास्ट होती हैं, फीस बिल्लाह हम तकसीम करते हैं। ये मैं ऐलान बार बार रिपीट करता हूँ कि कई फिर मुखालिफिन इस चीज़ का नजायज़ फ़ायदा उठाते हैं कि देखो जी हम कोई पैसा पूसा इकट्ठा कर रहे हैं या पैसों के लिए ये कर रहे हैं, तो ऐसी कोई बात नहीं। आप जैसे ही प्यार मोहब्बत वाले इन किताबों को छपवाते हैं और फिर आप लोगों को ही हम तकसीम कर देते हैं। तो बस ये हम बीच में एक समझ ले के एक ज़रिया या वसीला हैं, बस हमारा इसमें कोई काम नहीं है, कारनामा नहीं है, ये आपका ही काम है जो आपको ही वापस लुटा दिया जाता है, ठीक है जी। तो कोई बात कर लें, किसी ने करनी है।
वालेकुम मुफ्ती साहब। नहीं शाहजी, अगर अस्सलाम वालेकुम शाहजी, अगर कोई एतराज़ करता भी है तो पहला सवाल तो ये है कि अगर तुम इस पे एतराज़ करते हो तो फिर जो पैसे मांगे थे मिर्जे ने बराइन के लिए, उसका जवाब क्या है फिर? हालांकि उसमें फ्रॉड भी लगाया नहीं, था, वो कोई उसका जवाब किसने कोई देना नहीं, है? कोई बात नहीं, कोई बात नहीं, ऐसी कोई बात नहीं। ऐसी हमें कोई वालेकुम टेंशन नहीं, साहब। किसी की भी कोई टेंशन नहीं। और दूसरी बात ये कि जी आप बता वाले। रहे थे कि गालियां, बड़ी गालियां, और मिर्जा कहता है गालियां देना सवाब का काम है, तो ये मिर्जा मसूद सवाब सवाब का क्यों नहीं काम कमाता? तो सवाब क्यों नहीं कमाता मिर्जा सवाब मसूद? क्यों नहीं कमाता? बिल्कुल ठीक। अजी नबूवत जारी है, फिर ईमान लाओ ना अपने इस बाप के ऊपर जो आया हुआ है तुम्हारा, ये क्या नाम है उसका, रियाज चीमा, हाँ, ईमान लाओ उसके ऊपर। रियाज चीमा है, और भी मलक तलत ने भी थोड़ा थोड़ा नबूवत का टच दे दी है, तो वो आगे ये जाके रियाज ये भाई भी बात खुल के करें। सामने आ जाएगा। मुफ्ती साहब मैं इंशाल्लाह आपसे रब्ता करूंगा, तो आप मुझे ये चूड़े वाली किताब भेज दीजिएगा, बाकी तो मेरे पास पड़ी भी है। बेहतरीन, जरूर रेहान भाई। भाई देखे आलिम साहब, आपकी बुक्स के नाम ही ऐसे हैं यार, कोई शरीफ बंदा इसे खरीद ही नहीं सकता। वो अगर कहीं भी पढ़ी हो, कोई और पढ़ ले तो ये तो उसका नहीं, ना खरीदें आप, हम वैसे भी तो भाई- सेल नहीं करते, आप ना खरीद। शरीफों के लिए ये तो भाई नहीं ये है, आप तो लिखी शरीफ क्यों था है फिर आपने? नहीं, आपने लिखी शरीफों क्यों है के लिए फिर नहीं ना इतनी? लिखी। तो आप खुद को आलिम कैसे कह ਇਹਦੇ ਤੇ सकते हैं ਵੀ जब आपने ਇਹਦੇ ਤੇ ਤੁਹਾਡੇ ਕੋਲ ਪੁੱਛ ਕੇ ਅਸੀਂ ਲਿਖਣੀਆਂ ਨੇ, ਤੁਹਾਡੇ ਕੋਲ ਪੁੱਛ ਕੇ ਲਿਖਣੀਆਂ ਨੇ। मैं कहा आप ਤੁਹਾਡੇ खुद ਕੋਲ को पुछ के आलिम लिखो। अखवा कैसे सकते हैं यार? आप ये रसूलुल्लाह के प्लम्बरी है, दीन प्लम्बरी। नहीं, पर मैं कब आलिम खुद हूँ? को कहते हैं कि मैं बहुत बड़ा आलिम रसूलुल्लाह का पैरोकार, और अपने काम देख लें, अपनी बुक्स के नाम देख लें, कि शरीफ आदमी जो है ना, एक मोमिन आदमी उससे दूर ही रहेगा। ਨਹੀਂ ਨਹੀਂ, ਤੁਸੀਂ ਦੂਰ ਰਹੋ ਨਾ, ਤੁਸੀਂ ਮੂਮਨ, ਤੁਸੀਂ ਸ਼ਰੀਫ ਤੇ ਪਰਹੇਜ਼ਗਾਰ ਹਾਜੀ ਸਾਹਿਬ, ਦੂਰ ਹੀ ਰਹੋ ਨਾ। ਤੁਸੀਂ ਕਿਉਂ ਇੱਥੇ ਇੱਥੇ लेकिन ये जो ਇੱਥੇ ਅੰਬ है, ਲੈਣ ਆਏ ਹੋ? ये कोई मोमिन हो ਜਿੱਥੇ सकता है, तो ਇੱਥੇ देखें ਹਜੇ ਹੁਣ ਕੀ ਲੈਣ ਆਏ ਹੋ? ਇੱਥੇ ਅੰਬ ਲੈਣ ਆਏ ਹੋ? ਇੱਥੇ ਜਦੋਂ नहीं, ਗੱਲਾਂ आपको ਗਲਤ बताने ਹੋ आया था ਰਹੀਆਂ कि ਨੇ, यार ਇੱਥੇ ਕੀ ਲੈਣ ਆਏ ਹੋ? करने ताकि ਨਹੀਂ, ਇੱਥੇ ਕੀ ਲੈਣ ਆਏ ਹੋ? बढ़ सके। ਟਿਕਟਾਕ ਤੇ ਕੀ ਲੈਣ ਆਏ ਹੋ? ਟਿਕਟਾਕ ਤੇ ਕੀ ਲੈਣ ਆਏ ਹੋ? ਇੱਥੇ ਅੰਬ ਚੂਪਣ ਆਏ ਹੋ? ਹੈ, ਦੱਸਿਆ ਜੇ ਜ਼ਰਾ। ਅੰਬ ਆਇਆ ਹੁਣ ਤਾਂ ਨਿਗਾ ਕੱਢਦੇ ਹੋ ਪਏ, ਲੱਗਦਾ ਅੰਬ ਹੀ ਲੈਣ ਆਏ ਹੋ। शाहजी मुफ्ती प्लम्बरी साहब है, आपकी प्लम्बरी। जुबान देख रहा हूँ, माशाल्लाह कितनी मुबारक जुबान है आपकी। इसी से अब माशाअल्लाह, आपने सुभान अल्लाह, नाना जुबान सुनो, ਤੁਹਾਨੂੰ ਕਿੰਨੇ ਕਿਹਾ सुनो? जाओ जाके मुसल्ले ते खलोवो, वुजू ठीक है, नीचे करके। जा रहा हूँ नहीं बेटा, तुम जाओ जाके ना टिकटॉक सीधा पे क्या अपना करने उस पे आए हो? जाके बैठो। ये इतने प्लम्बरी है जी, शरीफ और टिकटॉक प्लम्बरी है पे ये। क्या करने आए हो? ਓਏ ਆਹੋ ਓਏ, ਜਾਨਣਾ ਇਹਨੂੰ ਮਰਜ਼ਈ ਹੈ। ਅੱਛਾ ਭਾਈ, ਗੱਲ ਕਰ ਲਓ ਹੋਰ ਭਾਈ, ਕਿਸੇ ਨੇ ਕੋਈ ਕਰਨੀ ਹੈ? ਰਾਜਾ ਸਾਹਿਬ ਬੈਠੇ ਨੇ, ਰਾਜਾ ਸਾਹਿਬ ਕੋਈ ਗੱਲ ਨਹੀਂ, ਤੁਸੀਂ ਕੋਈ ਸੁਣਾਉਂਦੇ ਸਾਨੂੰ, ਕੋਈ ਗੱਲ ਬਸ ਸੁਣਾਇਆ ਕਰੋ। शाह साहब, तुसी हवाला एक पढ़िया सी, दुश्मन हमारे बेबानों के खंजीर हो गए और उनकी औरतें कुत्तियों से बढ़ गई। एक माई ऐसी, ਉਹਦਾ ਨਾਂ ਸੀ ਮਾਈ ਸਾਹਿਬ ਜਾਨ ਉਹਦਾ ਨਾਂ ਸੀ। ਉਹਨੇ ਮਿਰਜ਼ੇ ਗੁਲਾਮ ਕਾਦੀਆਨੀ ਨੂੰ ਦੁੱਧ ਪਵਾਇਆ ਸੀ ਛੋਟੇ ਹੁੰਦਿਆਂ, ਤੇ ਜਦੋਂ ਇਹ ਵੱਡਾ ਹੋ ਕੇ ਇਹਨੇ ਫਿਰ ਦਾਵੇ ਸ਼ਾਵੇ ਜੜੇ, ਤੇ ਉਹ ਬੜੀ ਮੁਖਾਲਫ ਹੋ ਗਈ ਸੀ ਮਿਰਜ਼ੇ ਕਾਦੀਆਨੀ ਦੀ, ਤੇ ਇਹ ਕਹਿੰਦਾ ਵੀ ਪੂਰੀ ਪੱਕੀ ਦੁਸ਼ਮਣ ਬਣ ਗਈ ਸੀ। ਇਹਨਾਂ ਨੇ ਆਪ ਲਿਖਿਆ। ਨਹੀਂ, ਦੁੱਧ ਪਿਆਇਆ ਸੀ, ਇਹ ਜਦੋਂ ਇਹ ਇਹਨੇ- ਤੁਸੀਂ ਕੀ ਡਾਕਟਰ ਸਾਹਿਬ ਇਹ ਕੀ ਕਰਦੇ ਹੋ ਪਏ? ਦੁੱਧ ਕਿੱਥੋਂ ਪਿਆਇਆ ਸੀ ਉਹਨੇ? ਸਰ ਜੀ, ਛੋਟਾ ਹੁੰਦਾ ਸੀ ਨਾ ਜਦੋਂ ਮਿਰਜ਼ਾ, ਤੇ ਉਹ ਮਾਈ ਸਾਹਿਬ ਜਾਨ ਨੇ ਮਿਰਜ਼ੇ ਨੂੰ ਆਪਣਾ ਦੁੱਧ ਪਵਾਇਆ ਸੀ। ਉਹ ਇਹਦੀ ਮਿਰਜ਼ੇ ਦੀ ਮੇਰੇ ਖਿਆਲ ਚਾਚੀ ਦੁੱਧ ਲੱਗਦੀ ਕਿੰਜ ਸੀ। ਪਵਾਇਆ ਸੀ, ਕਿੰਜ ਪਿਆਇਆ ਸੀ, ਕਿੰਜ ਕੋਈ ਥੋੜਾ ਮਤਲਬ ਬੱਚੇ ਨੂੰ ਜਿਸ ਤਰੀਕੇ ਛੋਟੇ ਬੱਚੇ ਨੂੰ, ਜਦੋਂ ਛੋਟੇ ਬੱਚੇ ਨੂੰ ਦੁੱਧ ਪਵਾਉਂਦੇ ਆ ਨਾ ਛੋਟੇ ਹੁੰਦੇ ਆ, ਵੀ ਮਾਂ ਦਾ ਨਾਂ ਹੋਵੇ ਤਾਂ ਕੋਈ ਹੋਰ ਔਰਤ ਯਾਨੀ- ਪਿਲਾ ਲੈਂਦੀ ਆ, ਨੇ ਮੂੰਹ ਦੇ ਵਿੱਚ ਕੀ ਯਾਨੀ ਪਾਇਆ ਸਮਝ ਸੀ? ਲਓ ਕਿ ਹਾਂਜੀ ਮੁਫਤੀ ਸਾਹਿਬ, ਉਮਰੇ ਤੋਂ ਬਾਅਦ ਕਿਸ ਨੂੰ ਮੂੰਹ ਦੇ ਤੁਹਾਡੇ ਤੇ ਵਿੱਚ ਮਿਰਜ਼ੇ ਤਜੱਲੀ ਹੋ ਕਾਦੀਆਨੀ ਰਹੀ ਦੇ ਹੈ? ਮੂੰਹ ਦੇ ਵਿੱਚ ਕਿਹੜੀ ਸ਼ੈਤਾਨ ਚੀਜ਼ ਦੀ। ਪਾਈ ਸੀ ਉਸ ਮਾਈ ਨੇ? ਉਮਰਾ ਕਰਨ ਤੋਂ ਬਾਅਦ ਤੁਹਾਡੇ ਯਾਨੀ ਦੁੱਧ ਤਜੱਲੀ ਪਵਾਇਆ ਹੋ ਸੀ, ਰਹੀ ਸ਼ਾਦੀ ਸ਼ੈਤਾਨ ਹੋਏ, ਦੀ। ਇਹ ਸ਼ੈਤਾਨ ਜਿਹੜਾ ਨਾ ਨਜ਼ੂਲ ਹੋ ਨਹੀਂ ਰਿਹਾ। ਜੀ ਦੁੱਧ ਸੀ। ਨਹੀਂ, ਇੰਜ ਨਹੀਂ, ਮੈਨੂੰ ਗੱਲ ਨਹੀਂ ਸਮਝ ਆਈ, ਕਿਉਂਕਿ ਮੁਫਤੀ ਜ਼ਿਕਰੇ ਹਬੀਬ ਦੇ ਸਾਹਿਬ- ਵਿੱਚ ਲਿਖਦਾ ਵੇ ਕਿ ਮੁਫਤੀ ਸਾਹਿਬ, ਤੁਹਾਡੇ ਤੇ ਉਹ ਸ਼ੈਤਾਨ ਦਾ ਸਰਦੀ ਨਜ਼ੂਲ ਹੋ ਰਿਹਾ ਹੈ ਉਮਰੇ ਤੋਂ ਬਾਅਦ। ਤੋਂ ਨਿਕਲਿਆ ਦੱਸਣਾ। ਉਮਰੇ ਤੋਂ ਬਾਅਦ ਆਏ ਜੀ, ਉਮਰੇ ਤੋਂ ਬਾਅਦ। ਦੱਸ ਰਿਹਾ ਤੁਹਾਨੂੰ, ਕਿਉਂਕਿ ਉਹ ਖਤੂਨ ਮੁਸਲਮਾਨ ਸੀ ਨਾ, ਮੈਂ ਤਾਂ ਨਹੀਂ ਦੱਸ ਰਿਹਾ ਤੁਹਾਨੂੰ। ਹੁਣ ਸਮਝ ਗਏ? ਥੋੜੀ ਵਜ਼ਾਹਤ ਵੀ ਹੋਣੀ ਚਾਹੀਦੀ ਹੈ ਨਾ, ਥੋੜੀ ਜਿਹੀ ਵਜ਼ਾਹਤ ਵੀ ਹੋਣੀ ਚਾਹੀਦੀ ਹੈ ਨਾ, ਉਹ ਮੁਸਲਮਾਨ ਸੀ ਨਾ, ਕਿਉਂਕਿ ਉਹ ਮਰਜ਼ੈਨ ਹੁੰਦੀ ਤੇ ਮੈਂ ਦੱਸ ਦੇਣਾ ਸੀ ਨਾ ਵੀ ਉਹਨੇ ਕੀ ਮੂੰਹ ਚ ਪਾਇਆ ਸੀ। ਤੇ ਚੱਲ ਠੀਕ। ਉਹ ਜਦੋਂ ਉਹਨੇ ਮਿਰਜ਼ੇ ਨੂੰ ਦੁੱਧ ਪਵਾਇਆ, ਤੇ ਉਹ ਬਾਅਦ ਚ ਮਿਰਜ਼ੇ ਦੀ ਮੁਖਾਲਫ ਹੋ ਗਈ ਜਦੋਂ ਇਹਨੇ ਦਾਅਵੇ ਸ਼ਾਵੇ ਜੜੇ। ਇਹ ਹੁਣ ਕਹਿੰਦਾ ਕਿ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਦੀ ਔਰਤਾਂ ਉਹ ਕੁੱਤੀਆਂ ਤੋਂ ਵੱਧ ਕੇ ਨੇ, ਤੇ ਫਿਰ ਇਹ ਕਿਹਾ ਜਾ ਸਕਦਾ ਕਿ ਮਿਰਜ਼ੇ ਨੇ ਛੋਟੇ ਹੁੰਦਿਆਂ ਇਹਦੇ ਮੁਤਾਬਕ ਕੁੱਤੀ ਦਾ ਦੁੱਧ ਪੀਤਾ ਸੀ। ਕੁੱਤੀ ਦਾ ਦੁੱਧ ਪੀਤਾ ਸੀ। ਓਏ ਹੋਏ, ਮਿਰਜ਼ੇ ਦੇ ਮੁਤਾਬਕ। ਜ਼ਾਲਮੋ ਮੌਲਵੀਓ, ਜ਼ਾਲਮੋ, ਗਾਲੀ ਬਾਜ਼ੋ, ਓਏ ਗਾਲੀ ਬਾਜ਼ ਮੌਲਵੀ,
और नहीं मैं नहीं कह रहा हूँ, आप कहना जेडे दुश्मन साडे ने उन्होंने जो औरतां ਤੈਨੂੰ ਵੀ ਸਹੀ ਰਗੜਾ ਲਾਉਂਦੇ ਨੇ ਕਾਦੀਆਨੀ, ਸਹੀ ਤੇਰੇ ਨਾਲ ਕਰਦੇ ਸਹੀ। ਤੂੰ ਐਸੇ हाँ ਜੋ तो वो फिर जेड़ा ना आप कह रहे हो कि बड़ी मुखालफ सी साडी ਉਹ ਮਾਈ ਜਿਹੜੀ ਮੁਖਾਲਫ ਹੋ ਗਈ ਸੀ ਬੜੀ, ਤੇ ਆਪ ਹੀ ਕਹਿੰਦਾ ਮੁਖਾਲਫਾਂ ਦੀਆਂ ਦੁਸ਼ਮਣਾਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਕੁੱਤੀਆਂ ਤੋਂ ਵੱਧ ਗਈਆਂ ਨੇ। ਹਾਂ ਹਾਂ ਮੈਂ ਵੀ ਕੁੱਤੀ ਦਾ ਕੀਤਾ ਆਂਦਾ ਜ਼ਿਆਰ ਸੂਰ ਨੂੰ ਕਿਉਂ ਕਾਦੀਆਨੀ ਇੰਨਾ ਰਗੜਾ ਲਾਉਂਦੇ ਨੇ, ਇਹ ਸਹੀ ਤੂੰ ਐਸੇ ਜੋ ਕਹਿ, ਐਸੇ ਜੋ ਕਹਿ। नहीं मैं तो नहीं कह रहा ना, ये तो मैं भी मेरे ਨਾਲ ज्यादती करदे मिर्जा जी, ये तो मिर्जे ने किया। ਹਾਂ ਮਿਰਜ਼ੇ ਨੇ ਕੀ मैं तो दस रहा मुसलमान खतून सी, लेकिन मिर्जे के मुताबिक वो कुत्तियां तो भी वध के सी, आप ਉਹਦਾ ਦੁੱਧ ਪੀਂਦਾ ਰਿਹਾ। ਹਾਂ ਹਾਂ है मैं बस पूछना सी एक मसले की गल सी। अच्छा जी सुनो भाई, ਚਲੋ ਇਹ ਨਵੀਂ ਕਿਤਾਬ ਆ ਰਹੀ ਹੈ ਇਲਹਾਮੀ ਤਜਾਰਤ, ਤੇ ਇਹਦੇ ਵਿੱਚ ਥੋੜੇ ਜਿਹੇ ਹਜ਼ਰਤ ਜੀ ਦੇ ਮਲਫੂਜ਼ਾਤ ਸੁਣਾਉਣਾ ਚਾਹ ਰਿਹਾ ਮੈਂ। ਸੁਣੋ ਜੀ हजरत मिर्जा साहब दे मलफूजात। चलो जी इल्हाम आ गया जी मिर्जा जी को, इल्हाम आ गया जी। तज़करा सफ़ा 3 दे उत्ते 1881। लो जी, मिर्ज़े कादियानी ने नबूवत का जो दावा किया था वो सन 1900 या सन 1901 के अंदर की है, ठीक है। तो समझ लें कि अपने दावा नबूवत से पहले 20 साल पहले का ये इल्हाम है। और उसी वक़्त ही वो कहता है कि ये देखें, एक दफ़ा कशफी तौर पर मुझे 44 रुपये यानी 44 रुपये या 40 रुपये, अब उसको डाउट हो गया कि वो 40 रुपये थे या 44 रुपये थे, दिखाए गए ऐसे ऐसे ना कोई फरिश्ता आया, कोई टीची टीची इंज लहरा रहा है वो सामने है, अंदर दिखाए गए 44 रुपये सन या 40 रुपये सन। और फिर ये इल्हाम हुआ कि माजे खान का बेटा और शमसुद्दीन पटवारी ज़िला लाहौर भेजने वाले हैं। फिर बाद इसके कार्ड आया जिसमें लिखा था कि 40 रुपये माजे खान की बेटे की तरफ से हैं और 4 रुपये या 5 रुपये शमसुद्दीन पटवारी की तरफ से हैं। फिर इसी तशरीह से रुपये आने शुरू हो गए। मिर्जा, हाँ जी, मिर्ज़ा कादियानी की इल्हामी तिजारत का पहला हवाला मैंने आपके सामने पेश किया है। और इस किताब के अंदर मिर्ज़े कादियानी ने ये जो नबूवत की दुकान खोली थी सिर्फ़ और सिर्फ नोट कमाने के लिए, उसके सारे सबूत हमने यकजा कर दिए। ऐसी ऐसी वहियाँ होए धुआं निकल आएगा यकीन है। मैं लुबे लुबाब सुनाता हूँ। लो जी, मिर्ज़े कादियानी को ज़रूरत थी नोटों की, तो भूखा मर रहा था, तो इसने देखा कि कादियान का एक नवाब है, वो वावा सुख है, बड़े पैसे हैं उसके पास। मिर्ज़े कादियानी ने रात को एक ख्वाब देखा उसके बारे में कि वो फलां नवाब है, वो बोरी भर के ना नोटों की मेरे पास लेके आए हैं। इसने सुबह उठ के ना मजलिस के अंदर अपने मुरीदों को बताया कि रात को मैंने नवाब जी का ख्वाब देखा है, इल्हाम हुआ है कि वो एक नोटों की बोरी भर के मेरे आस्थाने पर लेके आए हैं, मुझे दी हैं उन्होंने। तो जी 2-4 दिन ना मिर्ज़ा कादियानी वेट करता है, पैसे को नहीं होते। मिर्ज़ा कादियानी फिर 5वें दिन ना अपने एक मुरीद नूं भेजदा है उस नवाब दे कोल, कहंदा ਉਹਨੂੰ ਜਾ ਕੇ ਕਹਿ ਕਿ 4 ਦਿਨ ਪਹਿਲੇ ਮੈਂ ਤੇਰੇ ਬਾਰੇ ਖੁਆਬ ਵੇਖਿਆ ਸੀ, ਨੋਟਾਂ ਦੀ ਬੋਰੀ ਅਜੇ ਤੱਕ ਪਹੁੰਚੀ ਕੋਈ ਨਹੀਂ। ਉਹ ਨੋਟਾਂ ਦੀ ਬੋਰੀ ਕਿੱਥੇ ਗਈ? यकीन जब ऐसी कमीनगी इस किताब के अंदर आप देखेंगे और हंस के आप दोहरे होंगे, अल्लाह दी कसम। नवाब चंगा हुंदा ते कहंदा मैं भी 4 दिन पहले खाब वेखे सी लित्तरां दी बोरी तेरे अल भेज रहा। लित्तरां दी बोरी भेज दिंदा। अल्लाह अकबर, अल्लाह अकबर। यानी किताब लिखी तो पैसे, इलाम हुआ तो पैसे, ख्वाब आई तो पैसे, पैसे पैसे उमर भाई नोट ही नोट, नोट ही नोट, नोट ही नोट। यानी इसकी पूरी जिंदगी नोटों चंदों के गिर्द घूमती रही, पूरी जिंदगी इसकी। हत्ता कि मैं कल की बराड़ के अंदर ही आमिर नज़ीर भाई की वो डिबेट हो रही थी, तो एक हवाला दिया था चंदे के ऊपर। मिर्ज़े कादियानी का मकान टूट गया, मकान टूट गया है और इसने बनाना था मकान। मैं हवाला ज़रा निकाल लूँ तो दोबारा यहाँ कोट कर दूँ।
कि सारे दोस्तों तक वो हवाला पहुंच जाए। और ये हवाला मैंने अपनी किताब मिर्ज़ा कादियानी का चंदा सिस्टम जो किताब लिखी है उसके अंदर भी ये लगाया है। तो मैं हवाला आपको देता हूँ। जनाब अपना मकान बनवाना से चंदा आंदा, चंदा दो मकान बनाना है यार, मकान टुट गए। हेलो यार बंदा ला लित्र ले पा तेनू लम्मे ले कि जिदा तू है मसीह है, मसीह चंदा खोर है, चंदे ही चंदे ये माउस साहब की जय हो। हाँ मसीह मौसा की बंदा ला लित्र ले तेनू पा लम्मे लग। अच्छा जी, ये रूहानी खजान जिल्द 19 और सफ़ा 86 है और ऊपर बड़ी सी हेडिंग है दरख्वास्त चंदा बराए तुसी ये मकान। हेलो तो जी मकान बनता जे पिया, हवेली मेरी बनती है पे 2000 रुपया चंदा जड़ा है। राणा 14वीं सदी के बांदर खंजीर और 14वीं सदी के बांदर। ओहो राशिद कादियानी मुरब्बी साहब बांदर सूर आ गए हैं। जनाब क्या हाल है? 14वीं सदी के बांदर खंजीर कुत्ते नहीं वो मैनू ते नहीं किया, वो ते मिर्जा जी ने ਤੁਹਾਨੂੰ ਕਿਹਾ ਸੀ। नहीं वो ते मिर्जा कादियानी ने ਤੁਹਾਨੂੰ ਕਿਹਾ ਸੀ। 14वीं सदी ਦੀ ਬਦਤਰੀਨ ਮਖਲੂਕ। नहीं मिर्जा कादियानी ने वैसे ਤੁਹਾਨੂੰ ਕਿਹਾ ਸੀ ਬਾਂਦਰ ਸੂਰ ਖੰਦੀਰ। ਬਦਤਰੀਨ ਮਖਲੂਕ ਓਏ ਕਾदियानी ਬਦਤਰੀਨ। नहीं मिर्जा ने ਤੁਹਾਨੂੰ ਕਿਹਾ ਜੇ, ਬਦਬੂਦਾਰ ਤੁਹਾਨੂੰ ਕਿਹਾ ਜੇ। इस पूरे कुर्रा अरज थे ना, अगर कोई गंदा इंसान है ना तू है, सारे तो गंदा, सारे तो गंदा। मिर्जा मसरूर की जय। 100 आमर नज़ीर, 100 आमर नज़ीर मिलान ते एक शैतान तू बन। ਇੱਥੇ ਰੱਖ ਮਲੰਗੀ, ਇੱਥੇ ਰੱਖ। हाँ ਤੇ ਜ਼ਿਆਰ ਸੂਲ ਨੂੰ ਤਾਂ ਕੱਢ ਹੀ ਦਿੱਤਾ ਜੇ ਵਿੱਚੋਂ। ਸਾਰਿਆਂ ਨੂੰ ਕੁੱਟੋ, ਜ਼ਿਆ ਰਸੂਲ, ਆਮਰ ਹਕ, ਆਮਰ ਨਜ਼ੀਰ ਨੂੰ ਪਾਓ, ਉਹਦਾ ਮਲਗੂਬਾ ਕੱਢੋ, ਉਤੋਂ ਬਣਾਓ ਤੇ ਤੂੰ ਗੰਦ ਬਣਦਾ ਹੈ। ਸਾਰੇ ਗਟਰਾਂ ਦੀ ਸਭ ਤੋਂ ਵੱਡਾ ਮੈਨੂੰ ਤੁਸੀਂ ਕੁਰਸੀ ਤੇ ਬਿਠਾਇਆ ਹੈ, ਕੀ ਚੱਕਰ ਕੀ ਹੈ, ਮਾਜਰਾ ਕੀ ਹੈ? ਸਾਰੇ ਗਟਰਾਂ ਦੀ ਮਿੱਟੀ ਇਹਨਾਂ ਨੂੰ ਤੁਸੀਂ ਛੋਟੀ ਕੁਰਸੀਆਂ ਤੇ ਬਿਠਾਇਆ ਹੈ, ਮੈਨੂੰ ਵੱਡੀ ਕੁਰਸੀ। ਤੈਨੂੰ ਸ਼ਰਮ ਨਹੀਂ ਆਉਂਦੀ? ਚੱਕਰ ਕੀ ਵੱਡੀ? ਅੱਛਾ ਤੈਨੂੰ ਸ਼ਰਮ ਆਉਂਦੀ ਹੈ? ਅੱਛਾ ਇਹ ਦੂਜਿਆਂ ਨੂੰ ਸ਼ਰਮ ਹੁੰਦੀ ਹੈ? ਨਹੀਂ ਤੈਨੂੰ ਇਹ ਲੱਗਦਾ ਕਿ ਤੂੰ ਸਾਰਿਆਂ ਤੋਂ ਹੀ ਗੰਦਾ ਹੈ, ਬਾਕੀਆਂ ਦੀ ਫਿਰ ਕੋਈ ਵਜ੍ਹਾ ਵੀ ਦੱਸੋ ਨਾ। ਤੇਰੀ ਇੱਜ਼ਤ ਹੀ ਗੰਦਗੀ ਦੀ ਕੋਈ ਵਜ੍ਹਾ ਵੀ ਦੱਸੋ। ਤੇਰੀ ਇੱਜ਼ਤ ਕੋਈ ਨਹੀਂ। ਅੱਛਾ ਇੱਜ਼ਤ ਨਾ ਹੋਵੇ, ਇੱਜ਼ਤ ਨਾ ਹੋਵੇ ਤੇ ਉਹ ਗੰਦਾ ਹੁੰਦਾ ਹੈ? ਤੂੰ ਗੰਦਾ ਹੈ ਨਾ ਇਨਸਾਨ। ਦੇਖ ਬਾਕੀਆਂ ਨਾਲ ਇੱਜ਼ਤ ਨਾ ਹੋਵੇ ਤਾਂ ਗੰਦਾ ਹੁੰਦਾ ਹੈ। ਇੱਕ ਮਿਆਰ ਬਣਾ ਲਵੋ ਨਾ, ਇੱਕ ਮਿਆਰ ਬਣਾ ਲਓ, ਇਹਦੇ ਉੱਤੇ ਗੱਲ ਕਰ ਲੈਂਦੇ ਹਾਂ ਕਿ ਜਿਹਦੀ ਇੱਜ਼ਤ ਨਾ ਹੋਵੇ ਉਹ ਗੰਦਾ ਹੁੰਦਾ ਇਨਸਾਨ। ਮੇਰੇ ਵਰਗਾ ਬੰਦਾ ਵੀ ਤੈਨੂੰ ਗੰਦਾ ਹੀ ਕਹਿੰਦਾ, ਲਾਣਤ ਪੈਦਾ। ਉਹ ਦੱਸੋ ਤੇ ਯਾਰ ਕਿਸੇ ਗੱਲ ਕਹਿਣਾ ਤੇ ਭਾਰ ਵੀ ਪੈਦਾ ਹੁੰਦਾ ਕਿ ਨਹੀਂ ਹੁੰਦਾ? मुफ्ती साहब तो क्यों ऐसी गल्लां सुन रहे हो, इसने उतार दो ना, की याद है उतार दो यार। एक मिनट भाई जी तुसी जरा ठहर जाओ थोड़ा जा, साह लेदा हुंदा। अच्छा एक मियार बना लो ना कि जिहदी इज्जत ना होवे गंदा हुंदा है। हेलो तो कोई इज्जत नहीं यार, तेरी कोई इज्जत नहीं भाई, दसो तो सही ना। मेरी तो चलो इज्जत कोई नहीं है। तेनू लित्तर मार के कट देंगे। एक हवाला पढ़ा, एक हवाला पढ़ा लित्तर हुसैनी साहब दी बरात ते मैनू लित्तर पे ते मैं गंदा हो गया ते मैं सही नहीं है। आके हुण तुहानू मैं एक हवाला सुनान लगा जे, सुनो जरा हवाला हुण सुनी दे। लो जी खुतबाते ताहिर जिल्द 4 जे ते सफा 539 ते 540 539 ते 540 ਤੁਹਾਡਾ ਖਲੀਫਾ ਮਿਰਜ਼ਾ ਤਾਹਿਰ ਦਾ ਖੁਤਬਾ ਜੇ। ਉਹ ਇੱਕ ਵਾਕਿਆ ਸੁਣਾਉਂਦਾ ਹੈ। ਹੁਣ ਦੌੜ ਗਏ ਹੋ ਆਂਦਾ ਮੈਂ ਇੱਕ ਜਗ੍ਹਾ ਇੱਕ ਮਜਲਿਸ ਤੇ ਗਿਆ ਤੇ ਲੋਕਾਂ ਨੇ ਲਿੱਤਰ ਮਾਰੇ ਮੈਨੂੰ, ਲਿੱਤਰ। ਦੌੜ ਗਏ ਹੋ ਬਸ। ਜੇ ਲਿੱਤਰ ਖਾ ਕੇ ਹੀ ਜਿਹੜਾ ਬੰਦਾ ਗੰਦਾ ਹੁੰਦਾ ਵੇ ਤੇ ਕਹੋ ਨਾ ਕਿ ਮਿਰਜ਼ਾ ਮਸਰੂਰ ਸਭ ਤੋਂ ਵੱਡਾ ਗੰਦਾ ਸੀ ਜਿਹਨੂੰ ਲਿੱਤਰ ਪਏ ਸਨ। ਦੌੜ ਹੀ ਗਏ। ਹਾਂਜੀ ਕੌਣ ਆਏ ਨੇ ਭਾਈ ਜੀ, ਕੀ ਲਿਖੇ? वालेकुम सलाम जी जनाब। मुफ्ती साहब कैसे हैं आप, खैरियत से हैं? जी अल्हम्दुलिल्लाह। अल्लाह आपकी पेशानी को कुशादा रखे माशाल्लाह। लास्ट टाइम आपसे बात हुई थी कुतुब के हवाले से, गुजारिश करनी थी लेकिन बाय चांस ब्रॉड कैंसिल हुई मेरे से, तो रब्ता नहीं हो सका और मुझे ढूंढने में भी काफ़ी मुश्किल आई ना। जी जी माइक म्यूट हो गया। जी जी वो माजरत, तो रब्ता नहीं हो सका ना,
تو بکس کا آپ نے ابھی دکھائی ہیں ساری، تو نمبر کا بھی آپ نے بتا دیا، میں سن رہا تھا کافی دیر سے آپ کا، تو واٹس ایپ پہ انشاءاللہ آپ سے رابطہ ہوتا ہے. تو بکس جو ہے نا کائنڈلی وہ PDF آپ مجھے بھیج دیجیے گا. اللہ آپ کو جزائے خیر عطا فرمائے. اور یہ جو ابھی ریپڈ فائر آیا تھا نا میں نے ریکویسٹ ڈالی ہوئی تھی، لیکن مزہ بڑا آنا تھا. کچھ کویشچن میں نے کرنے تھے، آنسر آپ نے کرنے تھے، لیکن وہ بھائی چلے ہی گئے. اللہ ہدایت دے. میرا سوال ایک یہ تھا مجھے ٹکتے ہی نہیں ہے، رکتے ہی نہیں ہے. ابھی تک کتنے قادیانی آئے ہیں، رکتے ہی نہیں ہے، ٹکتے ہی نہیں ہے. ٹک کے بندہ بات تو کرے نا. میں نے ان کی نا موجودگی میں سوال پوچھنا تھا کہ ہمارے سننے میں یہ بات آئی ہے کہ بھی مرزا صاحب نا گڑ دے بڑے شوقین سن، تے گڑ دی ڈلی جڑی ہے نا وہ رکھتے سن جیب وچ، اور دوسرے نمبر تے یہ کرتے سن بھی نال نا ستنجے واسطے ایک وٹا رکھتے سن جیب وچ چھوٹا جہا نا، بھی جتھے کتے پیشاب کیتا اتنے ستنجا کر لیا. تے بعض اوقات جناب نو موصوف نو یہ نہیں سی پتہ لگتا بھئی وٹا کیڑا استعمال کتنے ہو گیا جی. تو اس بارے پوچھنا سی جی کوئی وضاحت ہے تو کوئی روشنی پائی جائے اس طرح کے معاملے کے اوپر. ہاں جی بالکل ہے جی. یہ ہاں ٹکتے نہیں ہے قادیانی میدان چھڈ کے انج دوڑتے ہیں جویں جناب گدے دے وہ آدھے نے سر تو سنگ غائب ہوں، انج دوڑتے انج غائب ہوں. اچھا جی کوئی اور بات کر لیں. یہ جوئے صاحب آئے ہیں، کیا لکھا ہوا ہے؟ السلام علیکم مفتی صاحب، کی حال چال ہے؟ ٹھیک ٹھاک و خیریت ہے؟ جی وعلیکم السلام جی الحمدللہ. میرا صرف ایک ہی سوال ہے. میں آپ کو الحمدللہ پچھلے 2-3 مہینے سے دیکھ رہا ہوں، سن رہا ہوں. الحمدللہ آپ بڑی اچھی باتیں کرتے ہیں، بڑی باتیں آپ سے سننے کو بھی ملتی ہیں اور بڑی چیزیں سیکھنے کو بھی ملتی ہیں. میں صرف یہ کہتا ہوں کہ ان قادیانی اور مرزائیوں سے ہمیں بحث کرنے کی ضرورت کیا ہے؟ مطلب ایک چیز ہے ہی نہیں ہے. ان کے ساتھ ہم لوگ کیوں اتنا مغز ماری کرتے ہیں کہ جی ہمیں بتانا پڑتا ہے کہ جی حضور پاک صلی اللہ علیہ وسلم آخری ہیں، نبوت سیل ہو چکی ہے. میں یہ کہنا چاہتا ہوں ہم جو بھائی ہیں مسلمان، ہم ان کی بروڈوں پہ جا کے اتنی کھپ پانے کی ضرورت کیا ہے؟ ان لوگوں کے ساتھ جب ایک چیز ہے ہی نہیں ہے، اس کے میں یہ سمجھتا ہوں کہ اس چیز کے اوپر بحث ہی نہیں ہونی چاہیے ان مرزائیوں کے ساتھ. میں یہ کہتا ہوں کہ ہم لوگ کیوں اتنا ان لوگوں کے ساتھ مغز ماری کر کے وہ پھر بکواس کرتے ہیں. پھر میرا صرف سوال یہ کہ ہم کیوں اس بارے میں ان کو موقع کیوں دیتے ہیں بحث کرنے کا جب ایک چیز ہے ہی نہیں ہے؟ بس میرا یہ سوال ہے کہ جی بحث کیوں ہے؟ اس کے اوپر تو بحث ہی نہیں ہونی چاہیے. نہیں ہونی چاہیے، بالکل ٹھیک ہے. یہ آپ کا پیغام پہنچا دیں گے ہم دوستوں تک. مینٹی صاحب موجود ہیں؟ مینٹی موجود ہو کہ نہیں؟ جی میں کام لگا ہوا ہوں، مفتی صاحب حکم کریں. کام کر رہا ہوں. نہیں وہ تو ٹھیک ہے، یہ لیکن یہ ہیومینٹی کی براڈ نہیں ہے؟ ہیومینٹی کی براڈ ہے مفتی صاحب، وہ کہہ رہے میں کام پہ ہوں. وہ محنت کر رہا ہے سر، محنت مزدوری کر رہا ہے. وہ نہیں یہ وہ ہیومینٹی نہیں ہے، وہ ہیومینٹی نہیں ہے، یہ اور والے یہ کوئی فیک آئی ڈی ہے. مفتی صاحب ہیومینٹی ہے مفتی صاحب. نہیں مفتی صاحب، نہیں وہی ہے مفتی صاحب. ہیومینٹی ہے، جاب پہ بیٹھا ہوا ہے، کام محنت مزدوری کر رہا ہے مفتی صاحب. تسی بھی کچھ گل من لیا کرو. نہیں اصل میں یہ ڈپلیکیٹ آئی ڈی بنی ہے. ہیومینٹی نام کی آئی ڈی جو پہلے تھا نا، یہ وہ نہیں ہے، یہ کوئی اور ہے، دوسرے ہمارے دوست. مفتی صاحب اب فیک آئی ڈیوں کا اور یہ 2 نمبر آئی ڈیوں کا تو پھر ہمارے پاس حل کچھ بھی نہیں ہے نا. بہرحال یہ ہے کہ میں تو ویسے ان آئی ڈیز کے مخالف ہوں کہ اپنے اوریجنل نام کے ساتھ آئی ڈی بنانی چاہیے.
جب ختم نبوت کا آپ کام کرتے ہیں تو یہ پھر ہیومینٹی شمینٹی کوئی نہیں، جو نام ہے وہی وہ نام، آپ کا نام ہونا چاہیے، نام ایک پہچان ہوتی ہے، نہیں تو یہ بندہ کا نام جو آئی ڈی کا نیم رکھا ہوا ہے نا وہ ہی بتاتا ہے کہ بندہ فیک ہے، یعنی بندے کے اندر کوئی جان نہیں ہے، بندے کی کوئی بات نہیں ہے، بندے کے اندر کوئی مطلب سنجیدہ بندہ نہیں ہے۔ بندے کی آئی ڈی بتا دیتی ہے کہ اس کی ہے، اس نے جو تصویر لگائی ہوتی ہے وہ تصویر بڑا کچھ بتاتی ہے، اس نے جو نام لکھا ہوتا ہے وہ بڑا کچھ بتاتا ہے۔ اس کے دماغ کو پڑھنے کے اندر ہمیں جو ہے نا وہ موقع ملتا ہے کہ بندے کے اندر کیا ہے، تو غیر سنجیدگی ظاہر ہوتی ہے۔ آئیڈیاں اپنی اوریجنل بنانی چاہیے اور بالکل جو آپ ہیں وہ ساری دنیا کو بتائیں جی یہ میرا نام ہے، یہ میری شکل ہے اور یہ میں ہوں، ٹھیک ہے نا؟ تو فیک آئیڈیوں کا تو فائدہ ہی کوئی نہیں۔ مفتی صاحب اگر وہ اتنا سنجیدہ ہوتا اور وہ اتنا سچا ہوتا تو فیک آئی ڈی بنا کے آپ کے ساتھ آتا، کچھ نہ کچھ تو شیطانی تو ہے نا پیچھے، سچا اور اتنا سنجیدہ ہوتا تو وہ فیک آئی ڈی نہیں بناتا۔ اچھا جی صاحبان آپ تشریف رکھیے، میں بس پھر ابھی جاؤں گا، اتنا ٹائم دے دیا ہے کافی ہے۔ اللہ سلامتیاں عطا فرمائے، رب رکھا جی۔ السلام علیکم ورحمۃ اللہ وبرکاتہ۔ وعلیکم اس پروگرام میں شریک مہمان اور کال کرنے والوں کی آراء، موقف اور خیالات ان کے اپنے ذاتی ہیں اور ضروری نہیں کہ وہ ہمارے چینل اور ٹیم کے خیالات، آراء اور موقف کی عکاسی کریں۔ ہم کسی دوسرے فرد کی آراء اور موقف کے ذمہ دار نہیں۔